कौन जाने गुण तेरे स्वामी, कौन जाने गुण तेरे, कौन जाने गुण तेरे स्वामी, कौन जाने गुण तेरे। सतगुरु की प्यारी साध संगत जी, मेरे ਵੱਲੋਂ ਸਾਰਿਆਂ ਨੂੰ ਰਾਧਾ स्वामी जी। ਜਿਵੇਂ ਕਿ ਆਪਾਂ ਕਈ ਦਿਨਾਂ ਤੋਂ ਵੇਖ ਰਹੇ ਹਨ ਪੰਜਾਬ ਦੀ ਸਥਿਤੀ ਜਾਂ ਹੋਰ ਜਿਹੜੀਆਂ ਸਟੇਟਾਂ ਹਨ ਭਾਰਤ ਦੀ, ਜਿੱਥੇ ਬਾੜ ਆਈ ਹੋਈ ਹੈ, ਬਾਰਿਸ਼ ਬਹੁਤ ਹੇਰੀ ਹੋ ਰਹੀ ਹੈ, ਤਾਂ ਸਾਡੀ ਜਿਹੜੀ ਚਿੰਤਾਵਾ ਹੈ ਉਹ ਇੱਕ ਹਿਊਮਨ ਵਾਸਤੇ, ਇਨਸਾਨੀਅਤ ਵਾਸਤੇ ਤਾਂ ਉੱਠਦੀ ਹੈ, ਉੱਠਣੀ ਵੀ ਚਾਹੀਦੀ ਹੈ। ਜਦ ਕਿਸੇ ਦਾ ਘਰ ਉਜੜਦਾ ਹੈ, ਕਿਸੇ ਦੇ ਖੇਤ ਤਬਾਹ ਹੋ ਜਾਂਦੇ ਹਨ, ਸਾਨੂੰ ਵੀ ਬਥੇਰਾ ਦੁੱਖ ਹੁੰਦਾ ਹੈ। ਲੇਕਿਨ ਆਪਾਂ ਰੋਜ਼ ਵੀਡੀਓ ਵੇਖ ਰਹੇ ਹਨ, ਕਈ ਸਾਰੇ ਹੈਗੇ ਆ ਜਿਹੜੇ ਕਿ ਬਣਾਉਂਦੇ ਆ। ਖਾਸ ਕਰ ਆਪਾਂ ਡੇਰਾ ਬਿਆਸ ਦੀ ਗੱਲ ਕਰੀਏ ਕਿ ਜਿਹੜਾ ਬਿਆਸ ਦਰਿਆ ਹੈ ਉਹ ਉਫਾਨ ਤੇ ਹੈਗਾ। ਲੇਕਿਨ ਸਾਨੂੰ ਇੱਕ ਚੀਜ਼ ਸਮਝਣ ਦੀ ਲੋੜ ਹੈ। ਕਦੇ ਕਦੇ ਸਾਡੇ ਮਨ 'ਚ ਸਵਾਲ ਉੱਠਦਾ ਹੈ ਕਿ ਇਹ ਜਿਹੜੀ ਨੈਚੁਰਲ ਕੈਲੈਮਿਟੀਜ਼ ਆਉਂਦੀਆਂ ਹਨ, ਇਹ ਜਿਹੜੀਆਂ ਬਾੜ ਹਨ, ਭੂਕੰਪ ਹਨ, ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈ ਬਾੜ ਦਾ ਸਪੈਸ਼ਲੀ ਮੈਂ ਲੈ ਕੇ ਚੱਲ ਰਿਹਾ ਹਨ, ਇਹ ਕਿਉਂ ਹੁੰਦੇ ਨੇ? ਸੰਤਾਂ ਮਹਾਤਮਾ ਨੇ ਇਹਨਾਂ ਦੇ ਬਾਰੇ ਕੀ ਸਮਝਾਇਆ ਹੈ? ਅੱਜ ਮੈਂ ਉਸ ਦੇ ਉੱਤੇ ਹੀ ਤੁਹਾਡੇ ਨਾਲ ਗੱਲ ਕਰਾਂਗਾ ਕਿ ਭਾਵੇਂ ਉਹ ਸਾਡਾ ਮਤ ਹੋਵੇ ਰਾਧਾ ਸਵਾਮੀ ਸਤਸੰਗ ਬਿਆਸ ਜਾਂ ਹੋਰ ਜਿਹੜੇ ਸੰਤ ਦੁਨੀਆ ਦੇ ਵਿੱਚ ਰਹਿ ਕੇ ਗਏ ਹਨ, ਉਹਨਾਂ ਨੇ ਸਾਨੂੰ ਕੀ ਸਮਝਾਇਆ ਹੈ ਇਸ ਦੇ ਬਾਰੇ। ਦੇਖੋ, ਇਨਸਾਨੀ ਜਿਸਮ ਦੇ ਵਿੱਚ ਜਿਹੜੇ ਆਪਾਂ ਹੈਗੇ ਆ, ਸਾਡੇ ਇਮੋਸ਼ਨ ਜਿਹੜੇ ਹੈ ਉਹ ਸਪਾਰਕ ਹੁੰਦੇ ਆ। ਸਾਨੂੰ ਲੱਗਦਾ ਹੈ ਬੜਾ ਮਾੜਾ ਹੋ ਰਿਹਾ ਹੈ, ਸਾਡੇ ਅੱਖਾਂ ਦੇ ਵਿੱਚ ਆਂਸੂ ਵੀ ਆ ਜਾਂਦੇ ਹਨ ਜਦ ਆਪਾਂ ਕਿਸੇ ਦਾ ਮਾੜਾ ਹੁੰਦਾ ਵੇਖਦੇ ਆ। ਆਪਾਂ ਅੱਜ ਗੱਲ ਕਰਾਂਗੇ ਕਿ ਸੰਤ ਮਹਾਤਮਾ ਕੀ ਕਹਿੰਦੇ ਆ। ਮੈਂ ਸ਼ੁਰੂਆਤ ਕਰਦਾ ਹਾਂ। ਦੇਖੋ, ਬਥੇਰੇ ਸੰਤ ਇਸ ਦੁਨੀਆ ਦੇ ਵਿੱਚ ਰਹਿ ਕੇ ਗਏ ਹਨ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਾਇਆ ਹੈ। ਉਹਨਾਂ ਨੇ ਬੜੇ ਹੀ ਵੱਖਰੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ ਇਹਨਾਂ ਜਿਹੜੀਆਂ ਆਪਦਾ ਆਉਂਦੀਆਂ ਹਨ ਇਹਨਾਂ ਦੇ ਬਾਰੇ। ਹਿੰਦੂ ਸੇਂਟਸ ਐਂਡ ਸਕ੍ਰਿਪਚਰ ਤੋਂ ਆਪਾਂ ਜੇ ਗੱਲ ਕਰੀਏ ਤਾਂ ਭਗਵਦ ਗੀਤਾ ਜਿਹੜਾ ਪੁਰਾਣ ਹੈਗੇ ਆ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜੀ ਆਪਦਾਵਾਂ ਹਨ, ਬਾੜ ਹੋਵੇ, ਅਗਜਨੀ ਹੋਵੇ, ਭੂਕੰਪ ਹੋਵੇ, ਇਹ ਉਸ ਪ੍ਰਕਿਰਤੀ ਦਾ ਨੇਚਰ ਹੈ, ਕ੍ਰੀਏਸ਼ਨ ਦਾ ਇੱਕ ਨੇਚਰ ਹੈ। ਜਿਵੇਂ ਦੇਖੋ, ਆਪਾਂ ਬਿਮਾਰ ਹੁੰਦੇ ਆ, ਸਾਨੂੰ ਬੁਖਾਰ ਚੜ ਜਾਂਦਾ ਹੈ, ਜ਼ੁਕਾਮ ਹੋ ਜਾਂਦਾ ਹੈ, ਸਾਡੀ ਸਰੀਰ ਦੀ ਸਫਾਈ ਹੁੰਦੀ ਹੈ। ਇੱਕ ਪਾਸੇ ਜੇ ਆਪਾਂ ਵੇਖੀਏ ਤਾਂ ਸਾਨੂੰ ਲੱਗਦਾ ਹੈ ਆਪਾਂ ਤਾਂ ਬਿਮਾਰ ਹੋ ਗਏ। ਜੇ ਦੂਜੀ ਮੈਡੀਕਲ ਲਾਈਨ ਦੇ ਵਿੱਚ ਵੇਖੀਏ ਤਾਂ ਸਾਨੂੰ ਲੱਗਦਾ ਹੈ ਕਿ ਪਰਮਾਤਮਾ ਸਾਨੂੰ, ਸਾਡੀ ਬੋਡੀ ਨੂੰ ਜਿਹੜਾ ਹੈ ਉਹ ਸਾਫ਼ ਕਰ ਰਿਹਾ ਹੈ। ਉਹੀ ਜਿਹੜੀਆਂ ਇਹ ਆਪਦਾਵਾਂ ਹਨ, ਇਹ ਪ੍ਰਕਿਰਤੀ ਦੇ ਵਿੱਚ ਲਿਖੀਆਂ ਰਹਿੰਦੀਆਂ ਹਨ। ਪ੍ਰਕਿਰਤੀ ਦੀ ਵੀ ਇੱਕ ਕਿਸਮਤ ਹੁੰਦੀ ਹੈ। ਪਰਮਾਤਮਾ ਸਾਨੂੰ ਇਹ ਸਾਰੀਆਂ ਚੀਜ਼ਾਂ ਦੇ ਨਾਲ ਜੋੜ ਕੇ ਸਾਨੂੰ ਇੱਥੇ ਭੇਜਦਾ ਹੈ। ਇਹ ਕੋਈ ਨਵੀਂ ਚੀਜ਼ ਨਹੀਂ ਹਨ, ਇਹ ਪਹਿਲਾਂ ਤੋਂ ਇੱਥੇ ਆਂਦੀਆਂ ਹਨ। ਮਹਾਪਰਲੈ ਪਰਲੈ ਇਸ ਦੁਨੀਆ ਦੀ ਰੀਤ ਹੈ। Since the world is temporary, calamities remind souls of impermanence। ਇਹ ਜਿਹੜੀਆਂ ਚੀਜ਼ਾਂ ਹਨ, ਇਹ ਸਾਨੂੰ ਦੱਸਦੀਆਂ ਹਨ ਕਿ ਇੱਥੇ ਕੁਝ ਵੀ ਚੀਜ਼ ਪਰਮਾਨੈਂਟ ਨਹੀਂ ਹੈ। ਉਹ ਪਰਮਾਤਮਾ ਸਾਨੂੰ ਆਪਣਾ ਜਿਹੜਾ ਉਹਦਾ ਆਇਡੈਂਟੀਟੀ ਹੈ ਉਹ ਸਾਡੇ ਸਾਹਮਣੇ ਰੱਖਦਾ ਹੈ ਕਿ ਮੈਂ 1 ਮਿੰਟ 'ਚ ਤੁਹਾਡੇ ਬਣੇ ਬਣਾਏ ਚੀਜ਼ਾਂ ਨੂੰ ਖਤਮ ਕਰ ਸਕਦਾ ਹਾਂ। ਇਹ ਉਹਦੇ ਹੱਥ ਦੇ ਵਿੱਚ ਹੈ, ਇਨਸਾਨ ਦੇ ਹੱਥ ਵਿੱਚ ਨਹੀਂ ਹੈ। ਆਪਾਂ ਨੇ ਇੰਨੀ ਟੈਕਨੋਲੋਜੀ ਬਣਾ ਲਿੱਤੀ, ਇੰਨਾ ਕੁਝ ਕਰ ਦਿੱਤਾ, ਫਿਰ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਕੁਝ ਨਹੀਂ ਕਰ ਸਕਦੇ। ਜਦ ਉਸ ਦੀ ਲਾਠੀ ਚੱਲਦੀ ਹੈ ਤਾਂ ਫਿਰ ਕੁਝ ਕੰਮ ਨਹੀਂ ਆਉਂਦਾ। ਹਮ ਜੇ ਦੁਨੀਆ ਦੇ ਵਿੱਚ ਜਿਹੜਾ ਝੂਠੀ ਤਸੱਲੀ ਦੇ ਵਿੱਚ ਰਹਿੰਦੇ ਆ ਨਾ, ਤੁਸੀਂ ਅੱਜ ਵੇਖੋ ਇੰਨੇ ਵੱਡੇ ਵੱਡੇ ਘਰ ਜਿਨ੍ਹਾਂ ਨੇ ਕਰੋੜਾਂ ਰੁਪਇਆ ਲਗਾ ਕੇ ਮਕਾਨ ਬਣਾਏ ਸੀ ਹਿਮਾਚਲ ਦੇ ਵਿੱਚ ਤੇ ਪੰਜਾਬ ਦੇ ਵਿੱਚ, ਤੇ ਖੇਤੀ ਸਭ ਕੁਝ ਤਬਾਹ ਹੋ ਗਿਆ ਭਾਈ। ਆਪਾਂ ਕਿਸ ਸੋਚ ਦੇ ਵਿੱਚ ਰਹਿੰਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਹਨ ਇਹ ਪਰਮਾਨੈਂਟ ਰਹਿਣਗੀਆਂ ਹਨ? ਪਰਮਾਤਮਾ 1 ਮਿੰਟ ਦੇ ਵਿੱਚ ਆ ਕੇ ਸਾਰਾ ਕੁਝ ਖਤਮ ਕਰ ਦਿੰਦਾ ਹੈ ਭਾਈ। ਸਾਨੂੰ ਤਾਂ ਹਰ ਵੇਲੇ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਸਾਨੂੰ ਬਖਸ਼ ਲੈ, ਜਿਹੜੇ ਵੀ ਹਾਲ ਦੇ ਵਿੱਚ ਤੂੰ ਸਾਨੂੰ ਰੱਖਿਆ ਹੈ, ਤੇਰਾ ਸ਼ੁਕਰ ਹੈ ਪਰਮਾਤਮਾ।
ਆਪਾਂ ਕਈ ਸਾਲਾਂ ਦੀ ਪਲੈਨਿੰਗ ਕਰਕੇ ਬੈਠ ਜਾਂਦੇ ਆ, ਇਹ ਕਰਾਂਗੇ ਉਹ ਕਰ ਰਿਆਂਗੇ। ਕਰੋ, ਪਲੈਨਿੰਗ ਕਰਨੀਆਂ ਚਾਹੀਦੀਆਂ ਹਨ, ਲੇਕਿਨ ਇੰਨੀ ਨਾ ਕਰੋ ਕਿ ਤੁਹਾਨੂੰ 10 ਸਾਲਾਂ ਦੀ ਪਲੈਨਿੰਗ ਕਰਕੇ ਬਹਿ ਜਾਂਦੇ ਹਨ। ਅੱਜ ਨੂੰ ਤਾਂ ਜੀ ਲੋ ਭਾਈ, ਕੱਲ ਨਹੀਂ ਪਤਾ ਕੱਲ ਆਪਾਂ ਰਹਿਣਗੇ ਕਿ ਨਹੀਂ ਰਹਿਣਗੇ। ਕਿਸ ਨੂੰ ਪਤਾ ਸੀ ਕਿ ਕੱਲ ਉਹਨਾਂ ਦੇ ਖੇਤ ਤਬਾਹ ਹੋ ਜਾਣਗੇ। ਇੱਕ ਵੱਡੇ ਤੋਂ ਵੱਡਾ ਇੱਕ ਹੋਟਲ ਸੀਗਾ ਉੱਥੇ ਹਿਮਾਚਲ ਦੇ ਵਿੱਚ, ਉਹ ਸਾਰਾ ਕੁਝ ਤਬਾਹ ਹੋ ਗਿਆ। ਕਰੋੜਾਂ ਰੁਪਇਆ ਦਾ ਬਣਾਇਆ ਹੋਇਆ ਸੀ, ਅੱਜ ਉੱਥੇ ਪਾਣੀ ਪੈ ਰਿਹਾ, ਇਹ ਵੀ ਨਹੀਂ ਪਤਾ ਜ਼ਮੀਨ ਵੀ ਕਿੱਥੇ ਹੈਗੀ ਹੈ। ਤਾਂ ਸਾਨੂੰ ਸਿੱਖਣਾ ਚਾਹੀਦਾ ਹੈ। ਜਿਹੜੀਆਂ ਕੋੜੀਆਂ ਚੀਜ਼ਾਂ ਹਨ ਇਹ ਸਾਨੂੰ ਸਿਖਾਉਂਦੀਆਂ ਹਨ ਭਾਈ ਇੱਕ ਚੀਜ਼ ਕੜਵੀ ਹੈ ਪਰ ਸਾਨੂੰ ਸਿੱਖਣੀ ਪੈਣੀ ਹੈ। ਇੱਥੇ ਪਰਮਾਤਮਾ ਤੋਂ ਵੱਡੀ ਤਾਕਤ ਨਹੀਂ ਹੋ ਸਕਦੀ। ਆਪਾਂ ਭਾਵੇਂ ਕਿੰਨੀ ਵੀ ਟੈਕਨੋਲੋਜੀ ਬਣਾ ਲਈਏ, ਕੁਝ ਵੀ ਕਰ ਲਈਏ, ਉਹ ਪਰਮਾਤਮਾ ਤੋਂ ਵੱਡੀ ਤਾਕਤ ਨਹੀਂ ਹੋ ਸਕਦੀ। ਜਿਹੜਾ ਇਨਸਾਨ ਝੂਠੀ ਤਸੱਲੀ ਦੇ ਵਿੱਚ ਬੈਠਿਆ ਹੋਇਆ ਹੈ ਨਾ ਕਿ ਮੈਂ ਕਰ ਲਾਂਗਾ ਉਹ ਕਰ ਲਾਂਗਾ, ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਸਾਨੂੰ ਵੀ ਸਿੱਖਣਾ ਹੈ। ਅੱਜ ਉਹਨਾਂ ਤੋਂ ਪੁੱਛੋ ਜਿਨ੍ਹਾਂ ਦੇ ਘਰ ਰੋਟੀ ਵੀ ਨਹੀਂ ਹੈ, ਜਿਨ੍ਹਾਂ ਦਾ ਪਰਿਵਾਰ ਰੋ ਰਿਹਾ ਹੈ ਕਿ ਉਹਨਾਂ ਦੀ ਸਾਰੀ ਫਸਲ ਬਰਬਾਦ ਹੋ ਗਈ। ਸਾਡੀ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਨੇ ਉਹਨਾਂ ਦੀ ਹਾਲਤ ਵੇਖ ਕੇ। ਤਾਂ ਭਾਈ ਸਾਨੂੰ ਸਿੱਖਣਾ ਹੈ, ਪਰਮਾਤਮਾ ਤੋਂ ਮਾਫੀ ਮੰਗਣੀ ਹੈ, ਉਹਦਾ ਭਜਨ ਸਿਮਰਨ ਕਰਨਾ ਹੈ ਤੇ ਉਹਨਾਂ ਨੂੰ ਕਹਿਣਾ ਹੈ ਮਾਲਿਕ ਸਾਡੇ ਤੋਂ ਗਲਤੀ ਹੋ ਗਈ ਹੈ, ਸਾਨੂੰ ਬਖਸ਼ ਦੇ, ਬਖਸ਼ ਦੇ, ਬਖਸ਼ ਦੇ। ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਸਫਰਿੰਗ ਹਨ, ਇਹ ਜਿਹੜਾ ਕੁਝ ਵੀ ਆਪਾਂ ਸਫਰ ਕਰਦੇ ਆ, ਝੇਲਦੇ ਹਨ, ਇਹ ਸਾਡੇ ਮਨ ਨੂੰ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਇਨਸਾਨ ਦੇ ਹੱਥ ਦੇ ਵਿੱਚ ਕੁਝ ਹੈ ਨਹੀਂ। ਇਨਸਾਨ ਜਿਹੜਾ ਹੈ ਉਹ ਇੱਥੇ ਸੋਚਦਾ ਹੈ ਕਿ ਮੈਂ ਸਾਰਾ ਕੁਝ ਕਰ ਲੂੰਗਾ, ਲੇਕਿਨ ਇਹ ਜਿਹੜੀਆਂ ਹਨ ਇਹ ਸਾਨੂੰ ਅਪਾਹਿਜ ਬਣਾ ਦਿੰਦੀਆਂ ਹਨ। ਇਹ ਸਾਨੂੰ ਇਹ ਯਾਦ ਦਿਵਾਉਂਦੀਆਂ ਹਨ ਕਿ ਇਨਸਾਨ ਤੇਰੇ ਹੱਥ ਦੇ ਵਿੱਚ ਕੁਝ ਹੈ ਨਹੀਂ, ਤੂੰ ਐਵੇਂ ਹੀ ਤੁਰਾ ਫਿਰਦਾ ਹੈ, ਐਵੇਂ ਹੀ ਸੋਚਦਾ ਹੈ ਕਿ ਮੈਂ ਕਰ ਲਿਆਂਗਾ ਉਹ ਕਰ ਲਿਆਂਗਾ, ਤੂੰ ਕੁਝ ਨਹੀਂ ਕਰ ਸਕਦਾ। ਇਹ ਸਾਨੂੰ ਇਹ ਕੈਲੈਮਿਟੀਜ਼ ਜਿਹੜੀਆਂ ਹਨ, ਇਹ ਜਿਹੜੀਆਂ ਆਪਦਾਵਾਂ ਹਨ, ਸਾਨੂੰ ਧਿਆਨ ਕਰਾਉਂਦੀਆਂ ਹਨ। ਅੱਗੇ ਜੇ ਆਪਾਂ ਕਰਦੇ ਹਾਂ ਬੁੱਧਿਸਟ ਟੀਚਿੰਗ ਦੀ ਗੱਲ, ਜਿਹੜੇ ਬੌਧ ਧਰਮ ਦੇ ਵਿੱਚ ਹੋਏ ਹਨ, ਉਹਨਾਂ ਨੇ ਇਹਨਾਂ ਨੂੰ ਕਿਹਾ ਹੈ ਲਾਅ ਆਫ ਇੰਪਰਮਨੈਂਸ, ਅਨੀਕਾ। ਉਹਨਾਂ ਨੇ ਕਿਹਾ ਇਹ ਜਿਹੜੀਆਂ ਅਰਥਕੁਏਕਸ ਹਨ, ਭੂਕੰਪ, ਬਾੜ, ਆਗ, ਤੂਫਾਨ, ਇਹ ਸਾਰੀਆਂ ਚੀਜ਼ਾਂ ਸਾਨੂੰ ਇਹੀ ਅਹਿਸਾਸ ਕਰਾਉਂਦੀਆਂ ਹਨ ਕਿ ਪਰਮਾਤਮਾ ਜਦ ਚਾਹੇ ਉਹ ਆਪਣੀ ਕੁਦਰਤ ਨੂੰ ਖਤਮ ਕਰ ਸਕਦਾ ਹੈ। ਇਹ ਉਹਦੀ ਬਣਾਈ ਹੋਈ ਕੁਦਰਤ ਹੈ, ਉਹੀ ਕ੍ਰੀਏਟਰ ਹੈ ਤੇ ਉਹੀ ਡਿਸਟਰੋਇਰ ਹੈ, ਉਹੀ ਬਣਾਉਣ ਵਾਲਾ ਹੈ ਤੇ ਉਹੀ ਖਤਮ ਕਰਨੇ ਵਾਲਾ ਹੈ। ਫਿਰ ਅੱਗੇ ਉਹਨਾਂ ਨੇ ਸਮਝਾਇਆ ਕਲੈਕਟਿਵ ਕਰਮਾ, ਕਿ ਦੇਖੋ ਇਹ ਜਿਹੜੀਆਂ ਆਪਦਾਵਾਂ ਹੁੰਦੀਆਂ ਹਨ ਇਹ ਇਨਸਾਨੀ ਕਾਰਮਿਕ ਫੋਰਸ ਤੋਂ ਹੁੰਦੀਆਂ ਹਨ। ਜਿਹੜਾ ਕੁਝ ਵੀ ਇਨਸਾਨ ਇਸ ਦੁਨੀਆ ਦੇ ਉੱਤੇ ਕਰਦਾ ਹੈ ਇਹ ਉਹਦਾ ਹੀ ਨਤੀਜਾ ਹੁੰਦਾ ਹੈ। ਜਦ ਆਪਾਂ ਪ੍ਰਕਿਰਤੀ ਦੇ ਨਾਲ ਕੋਈ ਛੇੜਛਾੜ ਕਰਦੇ ਹਾਂ, ਉਹਦੇ ਨਾਲ ਪੂਰਾ ਵਿਵਹਾਰ ਕਰਦੇ ਹਾਂ, ਆਪਣੇ ਮਸ਼ੀਨਰੀ ਲਾ ਕੇ ਟੈਕਨੋਲੋਜੀ ਨੂੰ ਇਸਤੇਮਾਲ ਕਰਕੇ ਆਪਾਂ ਉਹਨਾਂ ਦਾ ਜਿਹੜਾ ਰਾਹ ਹੈ ਉਹਨੂੰ ਆਪਾਂ ਛੇੜਛਾੜ ਕਰਦੇ ਹਾਂ, ਤਾਂ ਸਾਨੂੰ ਇਹ ਜਿਹੜੀਆਂ ਚੀਜ਼ਾਂ ਹਨ ਭਾਈ ਫੇਸ ਕਰਨੀਆਂ ਪੈਂਦੀਆਂ ਹਨ। ਫਿਰ ਅੱਗੇ ਉਹਨਾਂ ਨੇ ਸਮਝਾਇਆ ਕੰਪੈਸ਼ਨ ਇਨ ਰਿਸਪੌਂਸ। ਉਹਨਾਂ ਨੇ ਕਿਹਾ ਕਿ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਾਨੂੰ ਇੱਕ ਅਪੋਰਚੁਨਿਟੀ ਦਿੰਦਾ ਹੈ ਕਿ ਸਾਨੂੰ ਹੁਣ ਨਮਰਤਾ ਲਾਣੀ ਚਾਹੀਦੀ ਹੈ, ਸਾਨੂੰ ਹੁਣ ਝੁਕਣਾ ਸਿੱਖਣਾ ਚਾਹੀਦਾ ਹੈ। ਉਹ ਸਾਡੇ ਅੰਦਰ ਸੇਵਾ ਦੀ ਭਾਵਨਾ ਲੈ ਕੇ ਆਉਂਦਾ ਹੈ ਕਿ ਆਪਾਂ ਇਹਨਾਂ ਚੀਜ਼ਾਂ ਵਿੱਚ ਲੋਕਾਂ ਦੀ ਸੇਵਾ ਕਰੀਏ, ਆਪਾਂ ਡਿਟੈਚ ਹੋਈਏ। ਆਪਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਇੱਥੇ ਕੁਝ ਵੀ ਖਤਮ ਹੋ ਸਕਦਾ ਹੈ 1 ਮਿੰਟ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਕ੍ਰਿਸਚੀਅਨ ਮਿਸਟਿਕਸ ਐਂਡ ਸੈਂਟਸ ਬਾਰੇ, ਜਿਹੜੇ ਕਿ ਈਸਾਈ ਧਰਮ ਦੇ ਉੱਤੇ ਲੈਂਦੇ ਆ। ਉਹਨਾਂ ਨੇ ਸਮਝਾਇਆ ਬਾਈਬਲ ਐਂਡ ਅਰਲੀ ਸੈਂਟਸ that calamities are sometimes seen as divine testaments of test of faith. They are reminders of human dependence on God. ਉਹਨਾਂ ਨੇ ਕਿਹਾ ਕਿ ਕਈ ਵਾਰੀ ਉਹ ਪ੍ਰਮਾਤਮਾ ਜਿਹੜਾ ਹੈ ਉਹ ਇਹ ਆਪਦਾ ਲਾ ਕੇ ਉਹ ਇਨਸਾਨ ਦਾ ਫੇਥ ਚੈੱਕ ਕਰਦਾ ਹੈ, ਉਹਦਾ ਜਿਹੜਾ ਭਰੋਸਾ ਹੈ ਉਹ ਚੈੱਕ ਕਰਦਾ ਹੈ ਕਿ ਇਹ ਮੈਨੂੰ ਗਾਲਾਂ ਕੱਢਦੇ ਨੇ ਜਾਂ ਮੇਰੇ ਹੁਕਮ ਦੇ ਵਿੱਚ ਰਹਿ ਕੇ ਕਹਿੰਦੇ ਨੇ ਕਿ ਪ੍ਰਮਾਤਮਾ ਸਾਨੂੰ ਬਖਸ਼ ਲੈ, ਬਖਸ਼ ਲੈ, ਤਾਂ ਉਹ ਪ੍ਰਮਾਤਮਾ ਕਦੇ ਸਾਨੂੰ ਖਾਲੀ ਨਹੀਂ ਜਾਣ ਦਿੰਦਾ। ਕਈ ਵਾਰੀ ਉਹ ਚੈੱਕ ਕਰਦਾ ਹੈ ਕਿ ਇਹ ਮੈਨੂੰ ਭੁੱਲ ਤਾਂ ਨਹੀਂ ਗਏ। ਅੱਗੇ ਮਿਸਟਿਕਸ ਲਾਈਕ ਸੈਂਟ ਫ੍ਰਾਂਸਿਸ ਆਫ ਅਸੀਸੀ ਨੇ ਸਮਝਾਇਆ ਕਿ ਐਮਫੈਸਿਸ that nature is not an enemy but a mirror of God. Even calamities are part of the divine order. ਉਹਨਾਂ ਨੇ ਸਮਝਾਇਆ ਕਿ ਇਹ ਜਿਹੜੀਆਂ ਆਪਦਾਵਾਂ ਹਨ ਇਹ ਇਨਸਾਨ ਦੀ ਦੁਸ਼ਮਣ ਨਹੀਂ ਹਨ, ਇਹ ਤਾਂ ਸ਼ੀਸ਼ਾ ਹੈ,
ਇਹ ਤਾਂ ਉਹ ਮਿਰਰ ਹੈ ਜਿਹੜਾ ਸਾਨੂੰ ਸਮਝਾਉਂਦਾ ਹੈ ਕਿ ਭਾਈ ਇੱਥੇ ਕੁਝ ਵੀ ਸੱਚ ਨਹੀਂ ਹੈ, ਇਹ ਸਾਰਾ ਕੁਝ ਮਾयावी ਹੈ, ਇੱਕ ਦਿਨ ਖਤਮ ਹੋ ਜਾਣਾ ਹੈ, ਇੱਕ ਦਿਨ ਫਨਾ ਹੋ ਜਾਣਾ ਹੈ। ਤੇ ਉਹਨਾਂ ਨੇ ਸਮਝਾਇਆ ਕਿ ਇਹ ਜਿਹੜੀਆਂ ਆਫਤਾਵਾਂ ਹਨ ਇਹ ਆਪਣੇ ਆਪ ਨਹੀਂ ਆ ਰਹੀ, ਇਹ ਉਸ ਦੇ ਹੁਕਮ ਦੇ ਨਾਲ ਆ ਰਹੀ ਹਨ। ਉਸ ਦੇ ਹੁਕਮ ਦੇ ਨਾਲ ਹੀ ਇਹ ਦੁਨੀਆ ਬਣੀ ਹੈ, ਉਸ ਦੇ ਹੁਕਮ ਦੇ ਨਾਲ ਹੀ ਇਹ ਦੁਨੀਆ ਨੇ ਖਤਮ ਹੋ ਜਾਣਾ ਹੈ। ਇਨਸਾਨ ਇੱਥੇ ਸਿਰਫ ਇੱਕ ਮਿੱਟੀ ਦਾ ਪੁਤਲਾ ਹੈ, ਔਰ ਕੁਝ ਨਹੀਂ ਹੈਗਾ। स्वामी जी महाराज ने भी सानू यही समझाया ते बाबा जैमल सिंह जी ने भी सानू यही समझाया कि भाई जद किसी ने पूछे सी एक बारी कि महाराज जी ये जड़ियां आपदावां हन इन्हां दा की हुंदा है, तो उन्होंने कहा कि भाई ये तो ग्रेट व्हील ऑफ कर्मा हैगा, ये तो उस प्रकृति दा चक्र हैगा, इन्हां चीज़ां ने तो आउणा ही आउणा है। ये सानू उस परमात्मा दे नाल मिलाउंदियां हन, सानू बतांदियां हन कि ये जड़ियां मैटरलिस्टिक चीज़ां हन, ये जड़ी फिजिकल चीज़ां हन आपां देख रहे हैं अपनी अखां तो, एक दिन इन्हां ने खत्म हो जाना है। आपां की सोच रहे हैं, आपां ये जन्म दे विच आए हैं, पता नहीं किन्ने युग बीत गए, किन्नी वारी महापरलै इत्थे हो गई, किन्ने लोकी इत्थे चले गए, किन्नी सभ्यता इत्थे खत्म हो गई। ਤਾਂ ਇੱਥੇ ਕੁਝ ਵੀ ਪਰਮਾਨੈਂਟ ਨਹੀਂ ਹੈ। ਸਾਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਜਿਹੜਾ ਵੀ ਪਰਮਾਤਮਾ ਨੇ ਸਾਨੂੰ ਵਕਤ ਦਿੱਤਾ ਹੈ, ਜਿਹੜੇ ਵੀ ਹਾਲਤ ਦੇ ਵਿੱਚ ਸਾਨੂੰ ਰੱਖਿਆ ਹੈ, ਪਤਾ ਨਹੀਂ ਕਦ ਆਪਣੀ ਮੌਜ ਦੇ ਵਿੱਚ ਆ ਕੇ ਉਹ ਇੱਥੇ ਸਾਨੂੰ ਲੈ ਜਾਊਗਾ। ਇੱਥੇ ਸਾਰੀਆਂ ਚੀਜ਼ਾਂ ਦੀ ਐਕਸਪਾਇਰੀ ਡੇਟ ਹੈਗੀ ਆ ਭਾਈ। ਸਾਨੂੰ ਤਾਂ ਭਜਨ ਸਿਮਰਨ ਕਰਨਾ ਚਾਹੀਦਾ ਹੈ, ਸਾਨੂੰ ਤਾਂ ਉਸ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਭਾਈ ਇੱਥੇ ਕੁਝ ਨਹੀਂ ਹੈਗਾ। ਫਿਰ ਉਹਨਾਂ ਨੇ ਸਮਝਾਇਆ ਕਿ ਇਹ ਜਿਹੜੀਆਂ ਆਪਦਾਵਾਂ ਹਨ ਇਹ ਸਾਨੂੰ ਕੀ ਸਿਖਾਉਂਦੀਆਂ ਹਨ, ਇਹ ਸਾਨੂੰ ਕਹਿੰਦੀਆਂ ਹਨ ਟੀਚਰਸ ਆਫ ਹਿਊਮੈਨਿਟੀ। ਉਹ ਸਾਨੂੰ ਸਮਝਾਉਂਦੀਆਂ ਹਨ ਕਿ ਜਿਹੜੇ ਲੋਕੀ ਸੁਰੱਖਿਅਤ ਨੇ ਉਹ ਉਹਨਾਂ ਦੀ ਮਦਦ ਕਰਨ। ਰਿਮਾਈਂਡਰ ਆਫ ਇੰਪਰਮਨੈਂਸ, ਉਹ ਸਾਨੂੰ ਸਮਝਾਉਂਦੀਆਂ ਹਨ ਕਿ ਇਹ ਤੁਹਾਡਾ ਪੈਸਾ ਹੈ, ਜੇ ਤੁਹਾਡੀ ਜ਼ਮੀਨਾਂ ਹਨ, ਜਿਹੜੇ ਤੁਹਾਡੇ ਖੇਤ ਹਨ, ਕਿਸੇ ਵੀ ਵਕਤ ਖਤਮ ਹੋ ਸਕਦੇ ਨੇ। ਫਿਰ ਉਹ ਸਿਖਾਉਂਦੇ ਨੇ ਦੇ ਓਪਨ ਡੋਰਸ ਟੂ ਸਰਵਿਸ। ਸੰਤ ਕਹਿੰਦੇ ਹਨ ਕਿ ਜਦ ਕਿਸੇ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਆਪਦਾਵਾਂ ਆਉਂਦੀਆਂ ਹਨ ਤੇ ਜਿਹੜੇ ਲੋਕੀ ਉਸ ਅਵਸਥਾ ਦੇ ਵਿੱਚ ਹੈਗੇ ਆ ਜਿਹੜਾ ਉਹਨਾਂ ਦੀ ਮਦਦ ਕਰ ਸਕਦੇ ਆ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ। ਤੇ ਉਹਨਾਂ ਨੇ ਸਾਨੂੰ ਸਮਝਾਇਆ ਕਿ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਹੈ। ਪਰਮਾਤਮਾ ਸਾਨੂੰ ਸਮਝਾਉਂਦਾ ਹੈ, ਪਰਮਾਤਮਾ ਸਾਨੂੰ ਚੈੱਕ ਕਰਦਾ ਹੈ ਕਿ ਆਪਾਂ ਕੁਝ ਕਰ ਵੀ ਰਹੇ ਹਾਂ ਜਾਂ ਨਹੀਂ ਕਰ ਰਹੇ ਹਾਂ। ਭਗਵਦ ਗੀਤਾ ਦੇ ਵਿੱਚ ਜਿਹੜੀ ਕੁੰਤੀ ਸੀਗੀ ਉਹਨਾਂ ਨੇ ਕਿਹਾ ਕਿ ਮੈਂ ਤਾਂ ਚਾਹੁੰਦੀ ਆ ਕਿ ਇਹ ਜਿਹੜੀਆਂ ਵਿਪਤੀਆਂ ਹਨ ਇਹ ਬਾਰ-ਬਾਰ ਆਵੇ, ਘੱਟੋ ਘੱਟ ਮੈਂ ਉਸ ਪਰਮਾਤਮਾ ਨੂੰ ਯਾਦ ਤਾਂ ਕਰ ਸਕਾਂ। ਤਾਂ ਇਹ ਹੁੰਦਾ ਹੈ ਉਹ ਪਹੁੰਚਾ ਹੁਆ ਸੰਤ ਜਾਂ ਪਹੁੰਚੀ ਹੋਈ ਰੂਹ ਜਿਹੜੀ ਉਸ ਪਰਮਾਤਮਾ ਦੇ ਨਾਲ ਲੱਗਦੀਆਂ ਹਨ। ਉਹਨਾਂ ਨੇ ਕਿਹਾ ਭਗਵਦ ਗੀਤਾ ਦੇ ਵਿੱਚ ਜਿਸ ਦਾ ਮਨ ਦੁੱਖੋਂ ਵਿੱਚ ਵਿਚਲਿਤ ਨਹੀਂ ਹੁੰਦਾ, ਜਿਹੜੇ ਲਈ ਸੁੱਖ ਦੁੱਖ ਬਰਾਬਰ ਨੇ, ਉਹੀ ਮੁਨੀ ਕਹਿਲਾਂਦਾ ਹੈ। फिर आगे कबीर साहब ने सानू की समझाया। कबीर साहब ने कहा कल करे सो आज कर, आज करे सो अब, पल में परलय होएगी बहुरी करेगा कब। उन्होंने समझाया कि जेड़ा कुछ करना है भाई अज कर ले, अज ही कर ले, कल दा कोई नहीं जानदा, पता नहीं कद महापरलय इत्थे हो जे ते सारा कुछ खत्म होके बह जे। उन्होंने कहा कि ਜਿਹੜਾ ਆਪਾਂ ਸੋਚਦੇ ਆ ਨਾ ਕਿ ਆਪਾਂ ਕੱਲ ਕਰ ਲਾਂਗੇ, ਆਪਾਂ ਕੱਲ ਸੇਵਾ ਕਰ ਲਾਂਗੇ, ਆਪਾਂ ਕੱਲ ਭਜਨ ਕਰ ਲਾਂਗੇ, ਆਪਾਂ ਕੱਲ ਅੱਛੇ ਇਨਸਾਨ ਬਣ ਜਾਾਂਗੇ, ਆਪਾਂ ਕੱਲ ਤੋਂ ਚੰਗੇ ਇਨਸਾਨ ਬਣ ਕੇ ਦਿਖਾਵਾਂਗੇ, ਭਾਈ ਕੱਲ ਕਦੇ ਨਹੀਂ ਆਉਂਦਾ। ਜਿਹੜਾ ਵੀ ਕੁਝ ਹੈ ਉਹ ਅੱਜ ਹੈ। ਜੇ ਤੁਸੀਂ ਅੱਜ ਨਾ ਸਿੱਖੇ ਤਾਂ ਫਿਰ ਭੁੱਲ ਜਾਓ ਕਿ ਜ਼ਿੰਦਗੀ 'ਚ ਕੁਝ ਹੋ ਜਾਊਗਾ। ਅੱਜ ਉਹਨਾਂ ਪਰਿਵਾਰਾਂ ਤੋਂ ਪੁੱਛੋ ਜਿਨ੍ਹਾਂ ਦੇ ਘਰ ਡੈਗੇ ਹਨ, ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਪਾਣੀ ਹਨ, ਜਿਨ੍ਹਾਂ ਦੇ ਘਰ ਨੂੰ ਇਹ ਨਹੀਂ ਪਤਾ ਰੋਟੀ ਕਿੱਥੋਂ ਆਵੇਗੀ। ਅੱਜ ਉਹਨਾਂ ਤੋਂ ਤੁਸੀਂ ਜਾ ਕੇ ਪੁੱਛੋ, ਤੁਸੀਂ ਆਪਣੇ ਘਰ ਦੇ ਵਿੱਚ ਸੁਰੱਖਿਅਤ ਬੈਠੇ ਹੋਏ ਹੋ, ਏਸੀ ਦੇ ਵਿੱਚ ਬੈਠੇ ਹੋਏ ਹੋ, ਤੁਹਾਨੂੰ ਖਾਣ ਦੀ ਰੋਟੀ ਮਿਲ ਰਹੀ ਹੈ, ਇਹ ਸ਼ੁਕਰਾਨਾ ਦਾ ਵਕਤ ਹੈ ਮੇਰੇ ਭਾਈ, ਸ਼ੁਕਰਾਨਾ ਕਰੋ। ਤੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਵੀ ਚੀਜ਼ਾਂ ਹਨ ਇਹ ਉਸ ਪਰਮਾਤਮਾ ਦੀ ਦਾਤ ਹਨ, ਸਾਨੂੰ ਸਿੱਖਣਾ ਹੈ। ਲੇਕਿਨ ਇਹ ਤਾਂ ਟੀਚਿੰਗ ਹੈ। ਮੈਂ ਜਾਣਦਾ ਹਾਂ ਸੰਤਾਂ ਦੀ ਜਿਹੜੀ ਭਾਸ਼ਾ ਹੈ ਉਹ ਕੋੜੀ ਹੁੰਦੀ ਹੈ। ਉਹਨਾਂ ਨੇ ਤਾਂ ਬੜੇ ਆਸਾਨ ਤਰੀਕੇ ਦੇ ਨਾਲ ਕਹਿ ਦਿਆ ਕਿ ਪਰਮਾਤਮਾ ਦੀ ਦਾਤ ਹੈ। ਲੇਕਿਨ ਐਜ਼ ਅ ਇਨਸਾਨ, ਐਜ਼ ਅ ਹਿਊਮਨ, ਸਾਡੀ ਵੀ ਕੁਝ ਰਿਸਪੌਂਸਿਬਿਲਿਟੀਆਂ ਬਣਦੀਆਂ ਹਨ। ਆਪਾਂ ਵੇਖ ਰਹੇ ਹਨ ਪੰਜਾਬ ਦੇ ਵਿੱਚ, ਲਾਹੌਰ ਦੇ ਵਿੱਚ ਕੀ ਹੋ ਰਿਹਾ ਹੈ।
ਤੇ ਸਾਨੂੰ ਵੀ ਆਪਣੇ ਘਰ ਦੇ ਬੂਹੇ ਖੋਲ੍ਹਣੇ ਚਾਹੀਦੇ ਹਨ। ਸਾਨੂੰ ਵੀ ਉਹ ਮਦਦ ਦੀ ਜਿਹੜੀ ਬੂਹੇ ਹਨ ਉਹ ਖੋਲ੍ਹਣੇ ਚਾਹੀਦੇ ਹਨ। ਸਾਥੋਂ ਜਿੰਨਾ ਵੀ ਬਣਦਾ ਹੈ ਆਪਾਂ ਨੂੰ ਆਪਣੇ ਆਸੇ ਦੁਆਲੇ ਆਲੇ ਦੁਆਲੇ ਮਦਦ ਕਰਨੀਆਂ ਚਾਹੀਦੀਆਂ ਹਨ। ਆਪਾਂ ਨੇ ਅੱਗੇ ਵਧਣਾ ਹੈ। ਉਸ ਪਰਮਾਤਮਾ ਨੇ ਜੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਸਾਨੂੰ ਜ਼ਰੂਰ ਕਰਨੀ ਚਾਹੀਦੀਆਂ ਹਨ। ਪਿੱਛੇ ਨਹੀਂ ਹਟਣਾ। ਇਹ ਨਹੀਂ ਦੇਖਣਾ ਕਿ ਇਹ ਸਤਸੰਗੀ ਹਨ ਜਾਂ ਹੋਰ ਕਿਸੇ ਜਾਤ ਦਾ ਹੈ ਜਾਂ ਹੋਰ ਕਿਸੇ ਧਰਮ ਦਾ ਹੈ। ਸਾਰਿਆਂ ਨੂੰ ਤਾਂ ਉਸ ਪਰਮਾਤਮਾ ਦੀ ਆਤਮਾ ਸਮਝ ਕੇ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਹੈ। ਜੇ ਤੁਹਾਡਾ ਕੋਈ ਰਿਸ਼ਤੇਦਾਰ ਪੰਜਾਬ ਦੇ ਆਲੇ ਦੁਆਲੇ ਜਾਂ ਹੋਰ ਕਿਤੇ ਜਿਹੜੀਆਂ ਆਪਦਾਵਾਂ ਆ ਰਹੀਆਂ ਹਨ ਉਹਨਾਂ ਨੂੰ ਫੋਨ ਕਰਕੇ ਤੁਸੀਂ ਸਾਂਤਵਨਾ ਦੇਖ ਸਕਦੇ ਹੋ। ਜੇ ਤੁਹਾਡੇ ਤੋਂ ਮੁਨਾਸਬ ਹੋਵੇ ਉਹਨਾਂ ਨੂੰ ਕੁਝ ਮਦਦ ਵੀ ਕਰ ਸਕਦੇ ਹੋ, ਜਿਹੜਾ ਵੀ ਤੁਹਾਨੂੰ ਠੀਕ ਲੱਗੇ। ਲੇਕਿਨ ਸਾਨੂੰ ਕਰਨੀਆਂ ਚਾਹੀਦੀਆਂ ਹਨ। ਸਾਨੂੰ ਪਿੱਛੇ ਨਹੀਂ ਹਟਣਾ ਭਾਈ। ਇਹ ਨਹੀਂ ਕਿ ਆਪਾਂ ਸਿਰਫ ਵੀਡੀਓ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਵੇਖਦੇ ਰਵਾਂ। ਸਾਡੇ ਤੋਂ ਜਿੰਨਾ ਬਣੇ ਕਰ ਸਕਦੇ ਹਾਂ। ਤੇ ਜੇ ਆਪਾਂ ਤੋਂ ਕੁਝ ਨਹੀਂ ਹੋ ਸਕਦਾ ਤਾਂ ਘੱਟੋ ਘੱਟ ਆਪਾਂ ਉਸ ਪਰਮਾਤਮਾ ਦੇ ਨਾਲ ਪ੍ਰਾਰਥਨਾਵਾਂ ਤਾਂ ਕਰ ਸਕਦੇ ਹਾਂ ਕਿ ਹੇ ਮੇਰੇ ਪਰਮਾਤਮਾ ਬਖਸ਼ ਲੈ ਉਹਨਾਂ ਨੂੰ। ਪਰਮਾਤਮਾ ਉਹਨਾਂ ਨੂੰ ਰੋਟੀ ਤਾਂ ਮਿਲ ਜੇ। ਪਰਮਾਤਮਾ ਬਖਸ਼ ਲੈ ਬਖਸ਼ ਲੈ ਬਖਸ਼ ਲੈ। ਆਪਾਂ ਇਹਨਾਂ ਤਾਂ ਕਰ ਹੀ ਸਕਦੇ ਹਾਂ ਭਾਈ। ਇਹਨਾਂ ਦਾ ਸਾਡੇ ਹੱਥ ਦੇ ਵਿੱਚ ਹੈਗਾ। ਤੇ ਸਾਨੂੰ ਵੀ ਸਮਝਣਾ ਹੈ, ਸਾਨੂੰ ਵੀ ਧਿਆਨ ਦੇ ਉੱਤੇ ਬੈਠਣਾ ਹੈ, ਪਰਮਾਤਮਾ ਦਾ ਸਿਮਰਨ ਕਰਨਾ ਹੈ, ਉਸ ਤੋਂ ਮਾਫੀ ਮੰਗਣੀ ਹੈ ਤੇ ਪਰਮਾਤਮਾ ਜ਼ਰੂਰ ਕਰੂਗਾ। ਤੇ ਡੇਰੇ ਦੇ ਵਿੱਚ ਵੀ ਸੇਵਾਦਾਰ ਜਿਹੜੇ ਹੈਗੇ ਆ ਉਹ ਬੜੇ ਹੀ ਸ਼ਰਧਾ ਭਾਵ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਹਨ। ਜਿੰਨਾ ਵੀ ਡੇਰੇ ਤੋਂ ਬਣ ਰਿਹਾ ਹੈ, ਡੇਰਾ ਕਰ ਰਿਹਾ ਹੈ। ਡੇਰਾ ਕਦੇ ਵੀ ਆਪਣੀ ਮਦਦ ਦਾ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਦਾ ਹੈ। ਡੇਰਾ ਜੋ ਵੀ ਕਰਦਾ ਹੈ ਪਰਮਾਤਮਾ ਦੇ ਹੁਕਮ ਦੇ ਨਾਲ, ਬਾਬਾ ਜੀ ਦੇ ਹੁਕਮ ਦੇ ਨਾਲ ਕਰਦਾ ਹੈ। ਤੇ ਡੇਰਾ ਨੇ ਆਪਣੇ ਜਿਹੜੇ ਦਰਵਾਜ਼ੇ ਹੈ ਉਹ ਸਾਰੇ ਦੇ ਲਈ ਖੁੱਲੇ ਹੋਏ ਹਨ। ਡੇਰਾ ਜਿੰਨੀ ਵੀ ਮਦਦ ਪਹੁੰਚਾ ਸਕਦਾ ਹੈ ਉਹ ਕਰ ਰਿਹਾ ਹੈ। ਡੇਰੇ ਦੇ ਸੇਵਾਦਾਰ ਬੜੇ ਸ਼ਿੱਦਤ ਦੇ ਨਾਲ ਲੱਗੇ ਹੋਏ ਹਨ। ਤੇ ਸਾਡੀ ਵੀ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿੱਥੇ ਵੀ ਹੋਈਏ ਆਪਾਂ ਨੂੰ ਪਰਮਾਤਮਾ ਦਾ ਧਿਆਨ ਕਰਨਾ ਹੈ, ਲੋਕਾਂ ਦੀ ਮਦਦ ਕਰਨੀ ਹੈ। ਜੇ ਆਪਾਂ ਕਰ ਸਕਦੇ ਹਾਂ ਤਾਂ ਜ਼ਰੂਰ ਕਰਨੀ ਚਾਹੀਦੀਆਂ ਹਨ। ਪਿੱਛੇ ਨਹੀਂ ਹਟਣਾ ਤੇ ਆਪਣੇ ਆਲੇ ਦੁਆਲੇ ਲੋਕਾਂ ਦਾ ਆਪਾਂ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਕਿਸੇ ਦੀ ਮਦਦ ਕੀਤੀ। ਤੇ ਆਪਾਂ ਨੇ ਚੰਗਾ ਇਨਸਾਨ ਬਣਨਾ ਹੈ, ਭਜਨ ਸਿਮਰਨ ਕਰਨਾ ਹੈ। ਜੇ ਡੇਰੇ ਦੀ ਗੱਲ ਕਰੇ ਤਾਂ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਕੰਟਰੋਲ ਦੇ ਵਿੱਚ ਹੈ। ਸਾਡਾ ਜਿਹੜਾ ਵਾਟਰ ਮੈਨੇਜਮੈਂਟ ਤੇ ਰਿਵਰ ਮੈਨੇਜਮੈਂਟ ਦਾ ਜਿਹੜਾ ਕਮੇਟੀ ਹੈ ਉਹ ਬੜੇ ਧਿਆਨ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਵੇਖ ਰਹੀਆਂ ਹਨ। ਸੰਗਤ ਨੂੰ ਚਿੰਤਾਵਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਹੈ। ਰਾਧਾ ਸੁਆਮੀ ਜੀ। ਕੌਣ ਜਾਣੇ ਗੁਣ ਤੇਰੇ ਸੁਆਮੀ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸੁਆਮੀ, ਕੌਣ ਜਾਣੇ ਗੁਣ ਤੇਰੇ।